डीजीएमसी ਵੱਲੋਂ ਬੁਲਾਏ ਸਿੱਖ ਸੰਮੇਲਨ ਦੇ ਵਿੱਚ ਕਾਮਨ ਸਿਵਲ ਕੋਡ ਤੇ ਹੋਈ ਚਰਚਾ। ਸਰਕਾਰ ਦੇ ਨਾਲ ਗੱਲ ਕਰਨ ਦੇ ਲਈ 11 ਮੈਂਬਰੀ ਕਮੇਟੀ ਦਾ ਕੀਤਾ ਗਠਨ। डीजीएमसी ਪ੍ਰਧਾਨ ਬੋਲੇ, ਹਾਲੇ ਤੱਕ ਯੂਨੀਫਾਰਮ ਸਿਵਲ ਕੋਡ ਦਾ ਖਰੜਾ ਨਹੀਂ ਬਣਿਆ, ਬਿਨਾਂ ਜਾਣੇ ਵਿਰੋਧ ਕਰਨਾ ਠੀਕ ਨਹੀਂ। ਦਿੱਲੀ 'ਚ 1984 ਸਿੱਖ ਦੰਗਿਆਂ ਦੇ ਮੁਲਜ਼ਮ ਟਾਈਟਲਰ ਦਾ ਵਿਰੋਧ। ਦੰਗਾ ਪੀੜਤਾਂ ਨੇ ਰੋਜ਼ ਐਵੀਨਿਊ ਕੋਰਟ ਦੇ ਬਾਹਰ ਕੀਤੀ ਨਾਅਰੇਬਾਜ਼ੀ। ਟਾਈਟਲਰ ਦੀ ਪੇਸ਼ੀ ਦੌਰਾਨ ਦਰਜ ਕਰਵਾਇਆ ਵਿਰੋਧ। मोदी सर ने मानहानि केस ਦੇ ਵਿੱਚ ਰਾਹੁਲ ਗਾਂਧੀ ਨੂੰ ਵੱਡਾ ਝਟਕਾ। ਗੁਜਰਾਤ ਹਾਈ ਕੋਰਟ ਨੇ ਰਿਵਿਊ ਪਟੀਸ਼ਨ ਕੀਤੀ ਖਾਰਿਜ। ਰਾਹੁਲ ਦੀ ਸੰਸਦ ਮੈਂਬਰਸ਼ਿਪ ਨਹੀਂ ਹੋਵੇਗੀ ਬਹਾਲ। ਹੁਣ ਸੁਪਰੀਮ ਕੋਰਟ ਦਾ ਰੁਖ ਕਰਨਗੇ ਰਾਹੁਲ। ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਮਨਰੇਗਾ ਤਹਿਤ ਮਜ਼ਦੂਰੀ ਵਧਾਉਣ ਦੀ ਮੰਗ। ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੂੰ ਲਿਖਿਆ ਪੱਤਰ। ਡੇਲੀ ਵੇਜ 381 ਰੁਪਏ ਕਰਨ ਦੀ ਮੰਗ। ਅੱਜ ਸਿੱਧੂ ਮੂਸੇਵਾਲੇ ਦਾ ਇੱਕ ਹੋਰ ਗੀਤ ਹੋਵੇਗਾ ਰਿਲੀਜ਼। ਸ਼ਾਮ ਨੂੰ 5 ਵਜੇ ਚੋਰਨੀ ਗੀਤ ਹੋਵੇਗਾ ਜਾਰੀ। ਰੈਪਰ ਡਿਵਾਈਨ ਦੇ ਨਾਲ ਗਾਇਆ ਗੀਤ। ਲੁਧਿਆਣਾ 'ਚ ਟ੍ਰਿਪਲ ਮਰਡਰ ਦੇ ਨਾਲ ਸਨਸਨੀ। ਸਲੇਮ ਟਾਬਰੀ ਇਲਾਕੇ ਦੇ ਵਿੱਚ ਪਤੀ ਪਤਨੀ ਅਤੇ ਮਾਂ ਦਾ ਕਤਲ। ਲੁੱਟ ਦੇ ਇਰਾਦੇ ਦੇ ਨਾਲ ਵਾਰਦਾਤ ਨੂੰ ਅੰਜਾਮ ਦੇਣ ਦਾ ਸ਼ੱਕ। ਰੈਸਲਿੰਗ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਨੂੰ ਸੰਮਨ। ਦਿੱਲੀ ਦੀ ਰੋਜ਼ ਐਵੀਨਿਊ ਕੋਰਟ ਨੇ 18 ਜੁਲਾਈ ਨੂੰ ਕੀਤਾ ਤਲਬ। ਪਹਿਲਵਾਨਾਂ ਨੇ ਛੇੜਛਾੜ ਦੇ ਲਗਾਏ ਨੇ ਇਲਜ਼ਾਮ। ਸ਼ਿਵ ਸੈਨਾ ਆਗੂ ਹਰੀ ਸਿੰਘਲਾ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜਿਆ। ਹੇਟ ਸਪੀਚ ਨੂੰ ਲੈ ਕੇ ਹੋਈ ਹੈ ਗ੍ਰਿਫਤਾਰੀ। ਸੋਸ਼ਲ ਮੀਡੀਆ ਤੇ ਪਾਈਆਂ ਸਨ ਭੜਕਾਊ ਪੋਸਟਾਂ। ਜਲੰਧਰ ਦੇ ਪ੍ਰੈਸ ਕਲੱਬ ਦੇ ਵਿੱਚ ਹੰਗਾਮਾ। ਪ੍ਰੈਸ ਕਾਨਫਰੰਸ ਦੇ ਦੌਰਾਨ ਆਈ ਮਹਿਲਾ ਤੇ ਨਿਹੰਗ ਸਿੰਘ ਦੇ ਵਿਚਾਲੇ ਹੋਈ ਬਹਿਸਬਾਜ਼ੀ। ਨਿਹੰਗ ਸਿੰਘ ਦਾ ਇਲਜ਼ਾਮ ਮਹਿਲਾ ਨੇ ਨਿਹੰਗਾਂ ਬਾਰੇ ਕੀਤੀ ਹੈ ਗਲਤ ਟਿੱਪਣੀ। ਤੇਜ਼ ਮੀਂਹ ਦੇ ਕਾਰਨ ਹਿਮਾਚਲ ਦੇ ਕਈ ਥਾਵਾਂ ਤੇ ਲੈਂਡਸਲਾਈਡ। ਸ਼ਿਮਲਾ ਪਰਮਾਣੂ ਰੋਡ ਤੇ ਡਿੱਗੇ ਵੱਡੇ ਵੱਡੇ ਪੱਥਰ। ਵਲ-ਵਲ ਬਚੇ ਕਾਰ ਸਵਾਰ। ਫਿਰੋਜ਼ਪੁਰ ਪੁਲਿਸ ਦੇ ਵੱਲੋਂ ਸਰਹੱਦੀ ਇਲਾਕੇ ਦੇ ਲੋਕਾਂ ਨੂੰ ਅਪੀਲ। ਕਿਹਾ ਸਤਲੁਜ ਦਰਿਆ ਦੇ ਕੰਢੇ ਤਿਆਰ ਹੋ ਰਹੀ ਸ਼ਰਾਬ ਨਾ ਪੀਓ। ਪਾਕਿਸਤਾਨ ਤੋਂ ਆ ਰਹੇ ਗੰਦਲੇ ਪਾਣੀ ਦੇ ਨਾਲ ਤਿਆਰ ਹੋ ਰਹੀ ਹੈ ਸ਼ਰਾਬ। ਬਠਿੰਡਾ ਦੀ ਸਰਹਿੰਦ ਨਹਿਰ ਦੇ ਵਿੱਚ ਡੁੱਬੇ 2 ਲੋਕ। ਪੈਰ ਧੋਣ ਦੇ ਦੌਰਾਨ ਨਹਿਰ ਦੇ ਵਿੱਚ ਤਿਲਕ ਕੇ ਐਨਡੀਆਰਐਫ ਦੀਆਂ ਟੀਮਾਂ ਨੇ ਚਲਾਇਆ ਰੈਸਕਿਊ ਆਪਰੇਸ਼ਨ। ਅਜੇ ਤੱਕ ਨਹੀਂ ਮਿਲਿਆ ਸੁਰਾਗ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ। ਮੈਂ ਪਰਮਿੰਦਰ ਸਿੰਘ ਤੇਜਾ। ਸਾਰੇ ਦਰਸ਼ਕਾਂ ਦਾ ਬੁਲੇਟਿਨ ਸਵਾਗਤ ਹੈ। ਸ਼ੁਰੂਆਤ ਕਰਾਂਗੇ ਵੱਡੀ ਖਬਰ ਤੋਂ। ਖਬਰ ਯੂਨੀਫਾਰਮ ਸਿਵਲ ਕੋਡ ਦੇ ਨਾਲ ਜੁੜੀ ਹੋਈ ਹੈ। ਦਰਅਸਲ ਇਸੇ ਮੁੱਦੇ ਤੇ ਡੀਜੀਐਮਸੀ ਦੇ ਵੱਲੋਂ ਸਿੱਖ ਕਨਕਲੇਵ ਬੁਲਾਇਆ ਗਿਆ ਹੈ। ਯੂਨੀਫਾਰਮ ਸਿਵਲ ਕੋਡ ਤੇ ਸਰਕਾਰ ਦੇ ਨਾਲ ਗੱਲ ਕਰਨ ਦੇ ਲਈ ਕਮੇਟੀ ਬਣਾਈ ਗਈ ਹੈ। ਡੀਜੀਐਮਸੀ ਨੇ 11 ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਹੈ ਤੇ ਨਾਲ ਹੀ ਕਿਹਾ ਹੈ ਕਿ ਯੂਨੀਫਾਰਮ ਸਿਵਲ ਕੋਡ ਤੇ ਫੈਸਲਾ ਉਹੀ ਹੋਵੇਗਾ ਜੋ ਕੌਮ ਦੇ ਹੱਕ ਵਿੱਚ ਹੋਵੇ। ਯੂਨੀਫਾਰਮ ਸਿਵਲ ਕੋਡ ਤੇ ਹਾਲੇ ਡਰਾਫਟ ਨਹੀਂ ਆਇਆ। ਹਰਮੀਤ ਸਿੰਘ ਕਾਲਕਾ ਜਿਹੜੇ ਕਿ ਡੀਜੀਐਮਸੀ ਦੇ ਪ੍ਰਧਾਨ ਨੇ, ਉਹਨਾਂ ਦਾ ਕਹਿਣਾ ਹੈ ਕਿ ਯੂਨੀਫਾਰਮ ਸਿਵਲ ਕੋਡ ਤੇ ਅਜੇ ਡਰਾਫਟ ਨਹੀਂ ਆਇਆ ਤੇ ਡਰਾਫਟ ਆਉਣ ਤੇ ਉਸ ਦੇ ਅਸਲ ਰੂਪ ਦਾ ਪਤਾ ਲੱਗੇਗਾ। ਬਿਨਾਂ ਜਾਣੇ ਕਿਸੇ ਚੀਜ਼ ਦਾ ਵਿਰੋਧ ਨਹੀਂ ਹੋਣਾ ਚਾਹੀਦਾ। ਸੋ ਡੀਜੀਐਮਸੀ ਦੇ ਵੱਲੋਂ ਯੂਨੀਫਾਰਮ ਸਿਵਲ ਕੋਡ ਦੇ ਮੁੱਦੇ ਤੇ ਕੌਨਕਲੇਵ ਬੁਲਾਇਆ ਗਿਆ ਹੈ। ਯੂਨੀਫਾਰਮ ਸਿਵਲ ਕੋਡ ਤੇ ਸਰਕਾਰ ਦੇ ਨਾਲ ਗੱਲ ਕਰਨ ਦੇ ਲਈ ਕਮੇਟੀ ਦਾ ਵੀ ਗਠਨ ਕਰ ਦਿੱਤਾ ਗਿਆ। 11 ਮੈਂਬਰੀ ਕਮੇਟੀ ਬਣਾਈ ਗਈ ਜਿਹੜੀ ਕਿ ਸਰਕਾਰ ਦੇ ਅੱਗੇ ਆਪਣੀ ਗੱਲ ਰੱਖੇਗੀ ਯੂਨੀਫਾਰਮ ਸਿਵਲ ਕੋਡ ਨੂੰ ਲੈ ਕੇ। ਕਿਉਂਕਿ ਇਸ ਤੋਂ ਇਲਾਵਾ ਜੇਕਰ ਹੋਰਨਾਂ ਧਿਰਾਂ ਦੀ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਦੇ ਵੱਲੋਂ ਵੀ ਸ਼੍ਰੋਮਣੀ ਕਮੇਟੀ ਨੂੰ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਤੇ ਇਸ ਦੇ ਵਿਚਾਲੇ ਹੀ ਡੀਜੀਐਮਸੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਦੇ ਵੱਲੋਂ ਥੋੜੀ ਦੇਰ ਪਹਿਲਾਂ ਹੀ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਮੁੱਦੇ ਤੇ ਸਿੱਖ ਕਨਕਲੇਵ ਬੁਲਾਇਆ ਗਿਆ ਤੇ ਨਾਲ ਹੀ 11 ਮੈਂਬਰੀ ਕਮੇਟੀ ਬਣਾਈ ਗਈ ਹੈ। 11 ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਤੇ ਇਹ ਕਮੇਟੀ ਦੇ ਵੱਲੋਂ ਕੇਂਦਰ ਦੇ ਅੱਗੇ ਯੂਨੀਫਾਰਮ ਸਿਵਲ ਕੋਡ ਤੇ ਆਪਣੀ ਗੱਲ ਰੱਖੀ ਜਾਵੇਗੀ। ਨਾਲ ਹੀ ਉਹਨਾਂ ਨੇ ਕਿਹਾ ਕਿ ਯੂਨੀਫਾਰਮ ਸਿਵਲ ਕੋਡ ਤੇ ਫੈਸਲਾ ਉਹੀ ਹੋਵੇਗਾ ਜੋ ਕੌਮ ਦੇ ਹੱਕ ਵਿੱਚ ਹੋਵੇ। ਪਰ ਨਾਲ ਉਹਨਾਂ ਨੇ ਕਿਹਾ ਕਿ ਇਸ ਮੁੱਦੇ ਤੇ ਅਜੇ ਕੋਈ ਡਰਾਫਟ ਨਹੀਂ ਆਇਆ ਤੇ ਡਰਾਫਟ ਆਉਣ ਤੇ ਉਸ ਦੇ ਅਸਲ ਰੂਪ ਦਾ ਪਤਾ ਲੱਗੇਗਾ। ਬਿਨਾਂ ਜਾਣੇ ਕਿਸੇ ਚੀਜ਼ ਦਾ ਵਿਰੋਧ ਨਹੀਂ ਹੋਣਾ ਚਾਹੀਦਾ। ये एक नेचुरल बात है। जब बादल गिरते हैं, काले होते हैं, तो लोगों को पता होता है बारिश होनी है और बारिश होगी तो छतरी जरूर लेंगे। जब बारिश हो ही नहीं रही, अभी किसी चीज की ड्राफ्टिंग ही नहीं आई है, तो हम उसका अपोज किस बात की करें। बात हमारा मुद्दा यही है कि आज हमारे पास कोई रीजन नहीं है इसको अपोज करने का और इसको प्रपोज करने का। सो जब तक इसकी ड्राफ्टिंग नहीं आती हर स्टेट से, क्योंकि उत्तराखंड में लागू किया गया, उत्तराखंड के रिप्रेजेंटेटिव्स आए हैं जिनका ड्राफ्ट बना है,
उसमें कोई ऐसी चीज नजर नहीं आ रही है जो उनके बताए मुताबिक कि किसी चीज के ऊपर हमारे आर्टिकल्स के ऊपर छेड़छाड़ हुई है या हमारी किसी मान मर्यादा के साथ खिलाफ हो। पर कमेटी बनेगी 11 मेंबरी कमेटी, जो ये रूपरेखा बनाएगी बिल्कुल ये लॉ कमिश्नर को भी मिलेंगे, लॉ मिनिस्टर को भी मिलेंगे। प्राइम मिनिस्टर जिनका इश्यूज है, अगर कहेंगे कि हमारे हाथ में नहीं है तो पीएम से मिलना पड़ेगा, तो पीएम साहब से भी आप मिलेंगे। अपना खुद का ड्राफ्ट कब बनाएंगे सर? आप लोग भी अपना खुद का ड्राफ्ट जो मैंने बताया 11 मेंबरी कमेटी अपना ड्राफ्ट बना के देगी कि हमारे इस राइट को बिल्कुल छेड़छाड़ नहीं की जानी चाहिए, उसके ऊपर जल्द से जल्द इसके ऊपर काम किया। ਜਦੋਂ ਇਹ ਚੀਜ਼ ਸਾਹਮਣੇ ਹੀ ਨਹੀਂ ਕਿ ਰਿਜੈਕਟ ਕਿਸ ਚੀਜ਼ ਨੂੰ ਕਰਨਾ ਹੈ। ਅਸੀਂ ਸਿਵਲ ਸੁਸਾਇਟੀ ਦੇ ਲੋਕ ਹਾਂ। ਇੱਕ ਸਿਵਲ ਸੁਸਾਇਟੀ ਦੇ ਅੰਦਰ ਰਿਫਾਰਮਸ ਦੇ ਤੌਰ ਤੇ ਯੂਨੀਫਾਰਮ ਸਿਵਲ ਕੋਡ ਜਿਹੜਾ ਹੈ ਉਹ ਸਾਰਿਆਂ ਨੂੰ ਬਰਾਬਰ ਅਧਿਕਾਰ ਦੇਣ ਦੀ ਗੱਲ ਕਰਦਾ ਹੈ। ਸਾਡੇ ਧਰਮ ਦੇ ਕਿਤੇ ਆੜੇ ਨਹੀਂ ਆਉਣਾ ਚਾਹੀਦਾ, ਇਹ ਸਾਡੀ ਚਿੰਤਾ ਹੈ। ਸਾਡੇ ਕਸਟਮਸ ਦੇ ਕਿਤੇ ਆੜੇ ਨਹੀਂ ਆਉਣਾ ਚਾਹੀਦਾ, ਇਹ ਵੀ ਸਾਡੀ ਚਿੰਤਾ ਹੈ। ਜਿਸ ਨੂੰ ਲੈ ਕੇ ਇਹ ਬੜਾ ਸਭ ਨੇ ਆਪਣਾ ਇੱਕ ਵਿਸ਼ਵਾਸ, ਇੱਕ ਮਤ 'ਚ ਗੱਲ ਕਹੀ ਕਿ ਅਸੀਂ ਆਪਣੀ ਜਿਹੜੀਆਂ ਰਿਪਰੈਜ਼ੈਂਟੇਸ਼ਨ ਇੱਕ ਬਣਾ ਕੇ ਜ਼ਰੂਰ ਕਮਿਸ਼ਨ ਦੇ ਅੱਗੇ ਦੇਵਾਂਗੇ ਔਰ ਉਹਨੂੰ ਦੱਸਾਂਗੇ ਜਿੱਥੋਂ ਤੱਕ ਸਰਕਾਰ ਦੇਸ਼ ਦਾ ਇੱਕ ਕਾਨੂੰਨ ਬਣਾ ਕੇ ਉਸ ਦੇ ਦਾਇਰੇ 'ਚ ਰਹਿਣਾ ਚਾਹੁੰਦੀ ਆ, ਸਾਨੂੰ ਉਹਦਾ ਕੋਈ ਇਤਰਾਜ਼ ਨਹੀਂ, ਜਿੱਥੇ ਕਿ ਸਾਡੇ ਧਰਮ ਦੇ ਤੌਰ ਤੇ ਔਰ ਸਾਡੇ ਕਸਟਮ ਨੂੰ ਕਿਸੇ ਵੀ ਤਰੀਕੇ ਦੇ ਨਾਲ ਕੋਈ ਛੇੜਛਾੜ ਨਾ ਹੁੰਦੀ ਹੋਵੇ। ਸਾਨੂੰ ਯਕੀਨ ਆ ਕਿ ਐਸਾ ਕੁਝ ਨਹੀਂ ਹੋਏਗਾ ਔਰ ਨਾ ਹੀ ਸਰਕਾਰ ਸਾਡੇ ਨਾਲ ਐਸਾ ਕਰੂ। ਉਧਰ ਦਿੱਲੀ ਦੇ ਵਿੱਚ 1984 ਸਿੱਖ ਦੰਗਿਆਂ ਦੇ ਮੁਲਜ਼ਮ ਟਾਈਟਲਰ ਦਾ ਵਿਰੋਧ ਕੀਤਾ ਗਿਆ। ਦੰਗਾ ਪੀੜਤਾਂ ਦੇ ਵੱਲੋਂ ਰੋਜ਼ ਐਵੀਨਿਊ ਕੋਰਟ ਦੇ ਬਾਹਰ ਨਾਅਰੇਬਾਜ਼ੀ ਕੀਤੀ ਗਈ। ਟਾਈਟਲਰ ਦੀ ਪੇਸ਼ੀ ਦੌਰਾਨ ਆਪਣਾ ਵਿਰੋਧ ਦਰਜ ਕਰਵਾਇਆ ਗਿਆ। ਕੋਰਟ ਨੇ ਦਰਅਸਲ ਅੱਜ ਟਾਈਟਲਰ ਦੇ ਖਿਲਾਫ ਦਾਖਲ ਚਾਰਜਸ਼ੀਟ ਤੇ ਨੋਟਿਸ ਨਹੀਂ ਲਿਆ। ਹੁਣ 19 ਜੁਲਾਈ ਨੂੰ ਅਗਲੀ ਪੂਰੇ ਮਾਮਲੇ ਦੀ ਵੀ ਸੁਣਵਾਈ ਹੋਵੇਗੀ। ਕੜਕੜਡੂਮਾ ਕੋਰਟ ਤੋਂ ਲਿਆਂਦਾ ਰਿਕਾਰਡ ਪੜਨ ਤੋਂ ਬਾਅਦ ਨੋਟਿਸ ਤੇ ਫੈਸਲਾ ਲਿਆ ਜਾਵੇਗਾ। ਸੀਬੀਆਈ ਦੇ ਵਕੀਲ ਨੇ ਕੋਰਟ ਦੇ ਵਿੱਚ ਕਿਹਾ ਕਿ ਇਸ ਮਾਮਲੇ ਦੇ ਵਿੱਚ ਹੋਰ ਗਵਾਹਾਂ ਨੂੰ ਸ਼ਾਮਲ ਕਰਨਾ ਚਾਹੁੰਦੇ ਨੇ, ਜਿਨ੍ਹਾਂ ਦੇ ਵਿੱਚ ਦੰਗਿਆਂ ਵੇਲੇ ਮੌਜੂਦ ਪੁਲਿਸ ਕਰਮੀ ਵੀ ਸ਼ਾਮਲ ਨੇ। ਇਨ੍ਹਾਂ ਗਵਾਹਾਂ ਦੇ ਨਾਮ ਪੁਰਾਣੇ ਰਿਕਾਰਡ ਦੇ ਵਿੱਚ ਸ਼ਾਮਲ ਨਹੀਂ ਨੇ। ਸੀਬੀਆਈ ਨੇ ਕੋਰਟ ਨੂੰ ਟਾਈਟਲਰ ਦੇ ਖਿਲਾਫ ਸੰਮਨ ਜਾਰੀ ਕਰਨ ਦੀ ਮੰਗ ਕੀਤੀ ਹੈ ਤੇ ਇਸ ਦੇ ਵਿਚਾਲੇ ਹੀ ਟਾਈਟਲਰ ਦਾ ਵਿਰੋਧ ਵੀ ਕੀਤਾ ਗਿਆ। ਦੰਗਾ ਪੀੜਤਾਂ ਦੇ ਵੱਲੋਂ ਰੋਜ਼ ਐਵੀਨਿਊ ਕੋਰਟ ਦੇ ਬਾਹਰ ਨਾਅਰੇਬਾਜ਼ੀ ਕੀਤੀ ਗਈ। ਟਾਈਟਲਰ ਦੀ ਪੇਸ਼ੀ ਦੌਰਾਨ ਆਪਣਾ ਵਿਰੋਧ ਦਰਜ ਕਰਵਾਇਆ ਗਿਆ। 1984 सिख दंगा मामले में जगदीश टाइटलर के मामले पर आज दिल्ली की राउज एवेन्यू कोर्ट में सुनवाई हुई। हालांकि मामले की सुनवाई के दौरान अब राउज एवेन्यू कोर्ट ने यह कहा है कि कड़कड़डूमा कोर्ट से इस पूरे मामले से संबंधित तमाम जो रिकॉर्ड्स हैं वो आ चुके हैं, यानी कि जो सीबीआई की तरफ से सप्लीमेंट्री चार्जशीट जगदीश टाइटलर के खिलाफ दाखिल की गई थी, अब उस चार्जशीट पर 19 जुलाई को राउज एवेन्यू कोर्ट अपना फैसला लेगी। हालांकि इस पूरी चार्जशीट पर कोर्ट जब फैसला लेगी तो बतौर आरोपी जगदीश टाइटलर को समन जारी किया जाएगा। हालांकि इस पूरे मामले में लंबे समय से सुनवाई रिकॉर्ड के चलते नहीं हो पा रही थी, लेकिन कुलबंगस में हुए नरसंहार के मामले में सीबीआई ने एक सप्लीमेंट्री चार्जशीट दाखिल की है, जिसमें बतौर आरोपी जगदीश टाइटलर को शामिल किया है। जिस पूरे मामले में आज इस मामले में अहम सुनवाई हुई। हालांकि अब 19 जुलाई को इस पूरे मामले में राउज एवेन्यू कोर्ट चार्जशीट पर सीबीआई के द्वारा दाखिल संज्ञान लेगी और बतौर आरोपी जगदीश टाइटलर को 19 जुलाई को समन भी जारी करेगी। सुशील पांडे, न्यूज़ 18 दिल्ली। सुने, इसको कॉग्निजेंस लेने के लिए जो सीबीआई ने चार्जशीट फाइल की है, ये चार्जशीट 3 सिखों के कत्ल के मामले में है, जिसमें जगदीश टाइटलर मेन मुलजिम है। और ये कोर्ट ने आज वो आर्गूमेंट सुने हैं और इसके ऊपर अब 19 जुलाई की डेट रखी है कि 19 जुलाई को कोर्ट कॉग्निजेंस के ऊपर ऑर्डर पास करेगी। नया के जो एविडेंस आया है वो सफिशिएंट एविडेंस है। सबसे पहले जो शुरू होता है वो एविडेंस शुरू होता है, ये 5 नवंबर को पुलिस कमिश्नर की प्रेस कॉन्फ्रेंस थी। उस प्रेस कॉन्फ्रेंस में ये जगदीश टाइटलर गया और जिन लोगों को पुलिस ने पकड़ा था मौके पे, जो ये सिखों को कत्लेआम करते हुए, उन लोगों को टाइटलर ने कहा कि ये मेरे आदमी हैं और मेरे आदमियों को आपने पकड़ रखा है। तो ये उन्होंने कहा वहां से इसके खिलाफ एविडेंस स्टार्ट होता है। और उसके बाद अब और भी बहुत से विटनेस आगे हैं। अब जो विटनेस आगे हैं उनके बेसिस पे ये साफ जा रहा है कि ये टाइटलर ने ये जो कत्लेआम किया है। और उसके बाद मैंने जो कंप्लेनेंट की तरफ से आर्गू किया कि इसके खिलाफ एविडेंस शुरू से है। ये 5 नवंबर के इंसिडेंट से साफ जा रहा है कि जगदीश टाइटलर इसमें मेन अक्यूज्ड है, कत्लेआम में उसका हाथ है। और उसके बाद 6 नवंबर को अखबारों में भी आया, मगर ये बार बार सीबीआई इसको क्लीन चिट देती रही
और अब पहली बार है जब सीबीआई ने ये एविडेंस कलेक्ट किया, जो एविडेंस पहले से ही मौजूद था, मगर सीबीआई ने पहले वो एविडेंस कोर्ट के आगे नहीं रखा। अब पहली बार सीबीआई ने वो एविडेंस कोर्ट के आगे रखा है और अब इसमें कोर्ट जल्दी करे, क्योंकि 29 साल हो गए ये ऑलरेडी पीड़ितों को इस बात का इंसाफ के लिए इंतजार करते हुए, इसलिए कोर्ट इसमें अब इसको जल्दी करे। ऑनरेबल जज साहिबा ने जो कॉग्निजेंस है सीबीआई के जो वकील हैं उनसे सारा सुना है और उन्होंने बताया कि इसमें 3 मेन विटनेसेस हैं, हरपाल कौर बेदी हैं, हरविंदर सिंह हैं और अब्दुल वाहिद हैं और इन तीनों ने कंफर्म किया है कि उन्होंने जगदीश टाइटलर को भीड़ को उकसाते हुए देखा था। इसके अलावा और भी विटनेसेस हैं इसमें, जिसको जो सीबीआई का पक्ष है उन्होंने ये रखा आगे और जज साहिबा ने कहा कि बहुत वॉल्यूमस फाइल्स हैं, अभी मेरे पास आई हैं और उन्होंने 19 जुलाई की डेट डाली है और 19 जुलाई को ऑर्डर के लिए फिक्स करा है, तब तक ये सारा कुछ पढ़ लेंगे। ਖਬਰ ਮੋਦੀ ਸਰ ਨੇ ਮਾਣਹਾਨੀ ਕੇਸ ਦੇ ਵਿੱਚ ਰਾਹੁਲ ਗਾਂਧੀ ਨੂੰ ਵੱਡਾ ਝਟਕਾ ਲੱਗਿਆ। ਰਾਹੁਲ ਦੀ ਰਿਵਿਊ ਪਟੀਸ਼ਨ ਜਿਹੜੀ ਉਹ ਖਾਰਜ ਕਰ ਦਿੱਤੀ ਗਈ ਹੈ। ਗੁਜਰਾਤ ਹਾਈ ਕੋਰਟ ਨੇ ਰਾਹੁਲ ਗਾਂਧੀ ਦੀ ਪਟੀਸ਼ਨ ਨੂੰ ਖਾਰਜ ਕੀਤਾ ਹੈ। ਰਾਹੁਲ ਗਾਂਧੀ ਦੀ 2 ਸਾਲ ਦੀ ਸਜ਼ਾ ਵੀ ਬਰਕਰਾਰ ਰਹੇਗੀ। ਰਾਹੁਲ ਦੀ ਸੰਸਦ ਮੈਂਬਰਸ਼ਿਪ ਵੀ ਬਹਾਲ ਨਹੀਂ ਹੋਵੇਗੀ। ਹੁਣ ਸੁਪਰੀਮ ਕੋਰਟ ਦਾ ਰੁਖ ਰਾਹੁਲ ਗਾਂਧੀ ਵੱਲੋਂ ਕੀਤਾ ਜਾਵੇਗਾ। ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਰਾਹੁਲ ਗਾਂਧੀ ਦੇ ਵੱਲੋਂ ਚੁਣੌਤੀ ਦਿੱਤੀ ਜਾਵੇਗੀ। ਹਾਈ ਕੋਰਟ ਨੇ ਸੂਰਤ ਸੈਸ਼ਨ ਕੋਰਟ ਦੇ ਆਦੇਸ਼ ਨੂੰ ਦਰਅਸਲ ਬਰਕਰਾਰ ਰੱਖਿਆ ਹੈ। ਦੋਸ਼ੀ ਦੇ ਖਿਲਾਫ 10 ਅਪਰਾਧਿਕ ਮਾਮਲੇ ਪੈਂਡਿੰਗ ਨੇ। ਹਾਈ ਕੋਰਟ ਦੇ ਵੱਲੋਂ ਜਜਮੈਂਟ ਦੇ ਵਿੱਚ ਵੀ ਕਿਹਾ ਗਿਆ ਕਿ ਦੋਸ਼ੀ ਦੇ ਖਿਲਾਫ 10 ਅਪਰਾਧਿਕ ਮਾਮਲੇ ਪੈਂਡਿੰਗ ਨੇ। ਵੀਰ ਸਾਵਰਕਰ ਦੇ ਪੋਤੇ ਨੇ ਵੀ ਕੇਸ ਕੀਤਾ ਸੀਗਾ। ਕੋਰਟ ਦੇ ਵੱਲੋਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ। ਸੋ ਮਾਣਹਾਨੀ ਕੇਸ ਦੇ ਵਿੱਚ ਰਾਹੁਲ ਗਾਂਧੀ ਨੂੰ ਵੱਡਾ ਝਟਕਾ ਲੱਗਿਆ। ਰਾਹੁਲ ਗਾਂਧੀ ਦੀ ਰਿਵਿਊ ਪਟੀਸ਼ਨ ਖਾਰਜ ਕਰ ਦਿੱਤੀ ਗਈ ਹੈ। ਗੁਜਰਾਤ ਹਾਈ ਕੋਰਟ ਨੇ ਰਾਹੁਲ ਦੀ ਪਟੀਸ਼ਨ ਨੂੰ ਖਾਰਜ ਕੀਤਾ, ਜਿਸ ਦਾ ਮਤਲਬ ਹੈ ਕਿ ਰਾਹੁਲ ਗਾਂਧੀ 2 ਸਾਲ ਦੀ ਸਜ਼ਾ ਵੀ ਬਰਕਰਾਰ ਰਹੇਗੀ ਤੇ ਰਾਹੁਲ ਦੀ ਸੰਸਦ ਮੈਂਬਰਸ਼ਿਪ ਵੀ ਬਹਾਲ ਨਹੀਂ ਹੋਵੇਗੀ। ਤੇ ਹੁਣ ਬਦਲ ਸੁਪਰੀਮ ਕੋਰਟ ਵੱਜਦਾ। ਹੁਣ ਸੁਪਰੀਮ ਕੋਰਟ ਦਾ ਰਾਹੁਲ ਗਾਂਧੀ ਦੇ ਵੱਲੋਂ ਰੁਖ ਕੀਤਾ ਜਾਵੇਗਾ। सिर्फ आरोपित है, कोई दोषी नहीं है। 1 महीने बाद ओरिजिनल कंप्लेंट के मैं ये भी कहना चाहूंगा कि इस बारे में कोई आपको गलतफहमी नहीं होनी चाहिए कि जो ये मूल मुद्दा है, सिद्धांत है इस केस में, वो हम सबको, हम एक एक व्यक्ति को असर दुष्प्रभाव करता है, इन्वॉल्व हम सबको करता है। ये सिर्फ किसी एक व्यक्ति विशेष या राहुल गांधी या इनका या मेरा या आपका केस नहीं है। क्योंकि ये उस अखाड़े की बात है जो स्वतंत्र बोलचाल का अखाड़ा है। ये उस अखाड़े की बात है जो स्वतंत्र अभिव्यक्ति का अखाड़ा है। और सबसे बात, जैसा मैंने कहा, मूल बात है कि वहां पर किस प्रकार से नियंत्रण हो, ये कंट्रोल फ्रीक सरकार का उद्देश्य है। उस अखाड़े पे किस प्रकार से रोकथाम हो, गला घोटा जाए और उस पर बार बार प्रहार किया जाए, ये मूल मुद्दा है। मानहानि के कानून को पूरी तरह से दुरुपयोग किया गया है उस उद्देश्य को हासिल करने के लिए। हम पूरी कानून न्याय व्यवस्था में पूरी आस्था रखते हैं और उच्चतम न्यायालय में पूरी आस्था रखते हैं। पहले भी कि राहुल गांधी होमवर्क नहीं करते, अब कांग्रेस वाले भी होमवर्क नहीं करते। राहुल गांधी ने 2019 के चुनाव प्रचार में कर्नाटक में कहा था, ये रिकॉर्ड पर है, आप उन्हें भी दिखाया था। तो कांग्रेस वाले थोड़ा होमवर्क करना सीखो भाई। हाँ, और बाकी वो तो क्या क्या बोलते हैं सदन में, तो आपने सुना ही सुना है। वो मोहब्बत की दुकान खोलने का दावा करते हैं और मोहब्बत की दुकान कहां है तो उनके भाषणों को देख लीजिए आप। और ये कांग्रेस वालों, आप सुनो, राज्यसभा में राष्ट्रपति के अभिभाषण पर 2 घंटा इन्होंने मोदी जी को बोलने नहीं दिया था, याद है ना आपको? अपने रिकॉर्ड को निकालिए तो आप। तो हमारे प्रधानमंत्री रुक करने के लिए खबरदार। सुखबीर सिंह बादल ते विक्रम मजीठिया की कोर्ट दे विच पेशी हुई है। जीरा दी अदालत दे विच सुखबीर सिंह बादल ते विक्रम मजीठिया पेश होए। हरीके पत्तन ते धरना लाउण दे केस दे विच दरअसल पेशी हुई है, क्योंकि साल 2017 दे विच हरीके पत्तन ते दोवें आगुआं दे वल्लों धरना लगाया गया सीगा। तां इस दे दौरान ही केस दर्ज होया ते इस पूरे मामले दे विच जीरा दी अदालत दे विच सुखबीर सिंह बादल ते विक्रम मजीठिया पेश हुए। कांग्रेस सरकार च उस केस च स्टेट सुखबीर सिंह बादल वगैरह च अज पेशी सीगी जिहदे च इन्हां दा चार्ज लगना सी, बट ड्यू टू एबसेंस ऑफ वन परसन सुखवंत सिंह थे
ਗੁੱਜਰ ਉਹਨਾਂ ਦਾ ਜਿਹੜਾ ਚਾਰਜ ਨਹੀਂ ਲੱਗ ਸਕਿਆ। ਚਾਰਜ ਨਾ ਲੱਗਣ ਕਰਕੇ ਕੋਰਟ ਨੇ ਸਾਨੂੰ ਅੱਗੇ ਡੇਟ ਦਿੱਤੀ ਹੈ। ਅਗਲੀ ਡੇਟ ਤੇ ਇਹਨਾਂ ਨੂੰ ਫਿਰ ਹਾਜ਼ਰ ਹੋਣਾ ਪੈਣਾ ਐਂਡ ਦੈਨ ਫਿਰ ਚਾਰਜ ਅਗਲੀ 13/7 ਪਈ ਹੈ। ਉੱਥੇ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਨੇ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਰਕਾਰ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਰਕਾਰ ਸਿਰਫ ਝੂਠ ਬੋਲਣ ਦਾ ਕੰਮ ਕਰ ਰਹੀ ਹੈ। ਜਿਹੜਾ ਟੋਲ ਬੰਦ ਕੀਤਾ ਉਸ ਦੀ ਮਿਆਦ ਹੀ ਖਤਮ ਹੋ ਚੁੱਕੀ ਸੀ। ਮੁਹੱਲਾ ਕਲੀਨਿਕ ਫੇਲ ਹੋਏ ਨੇ, ਕਿਸਾਨਾਂ ਨੂੰ ਮੂੰਗੀ ਤੇ MSP ਨਹੀਂ ਮਿਲੀ। ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸਰਕਾਰ ਤੇ ਹਮਲਾ ਬੋਲਿਆ ਗਿਆ। ਬਿਕਰਮ ਮਜੀਠੀਆ ਨੇ ਵੀ ਸਰਕਾਰ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸੂਬੇ ਦੇ ਵਿੱਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ। ਦਿੱਲੀ ਤੋਂ ਪੰਜਾਬ ਸਰਕਾਰ ਕੰਟਰੋਲ ਹੋ ਰਹੀ ਹੈ। ਸੋ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਮਜੀਠੀਆ ਸਰਕਾਰ ਤੇ ਵਰਦੇ ਹੋਏ ਨਜ਼ਰ ਆਏ ਨੇ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਰਕਾਰ ਸਿਰਫ ਝੂਠ ਬੋਲਣ ਦਾ ਕੰਮ ਕਰ ਰਹੀ ਹੈ। ਬਿਕਰਮ ਮਜੀਠੀਆ ਨੇ ਕਿਹਾ ਕਿ ਸੂਬੇ ਦੇ ਵਿੱਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ। ਆਮ ਆਦਮੀ ਪਾਰਟੀ ਸਰਕਾਰ, ਇਹਨਾਂ ਦੀ ਸਾਰੀ ਸਰਕਾਰ ਦੀ ਏਜੰਡਾ ਹੀ ਝੂਠ ਹੈ। ਉਹ ਕੰਮ ਕਰ ਨਹੀਂ ਰਹੇ, ਝੂਠ ਬੋਲ ਕੇ ਲੋਕਾਂ ਨੂੰ ਦੱਸ ਰਹੇ ਹੈ। ਜਿਵੇਂ ਟੋਲ ਪਲਾਜ਼ਾ ਕਹਿੰਦੇ ਅਸੀਂ ਖੋਲ ਦਿੱਤੇ, ਅੱਜ ਕਿਉਂ ਖੋਲੇ? 1.5 ਸਾਲ ਕਿਉਂ ਨਹੀਂ ਖੋਲੇ? ਜਿੰਨੇ ਟੋਲ ਪਲਾਜ਼ਾ ਦੀ ਟਰਮ ਖਤਮ ਹੋ ਗਈ ਹੈ, ਉਹ ਟਰਮ ਖਤਮ ਦੇ ਹੋਣ ਦੇ ਬਾਅਦ ਇੱਕ ਦਿਨ ਨਹੀਂ ਉਹ ਟੋਲ ਲੈ ਸਕਦੇ। ਉਹਨਾਂ ਨੂੰ ਪਤਾ ਹੈ ਜਾਂ ਤਾਂ 1.5 ਸਾਲ ਪਹਿਲੇ ਕਰਦੇ, ਤਾਂ ਹੁਣ ਕਿਉਂਕਿ ਇਹਨਾਂ ਨੇ ਟੋਲ ਜਿਵੇਂ ਟੋਲ ਉਹਨਾਂ ਦੀ ਤਰੀਕ ਖਤਮ ਹੋਈ ਜਾਂਦੀ ਹੈ ਉਹ ਖੋਲੀ ਜਾਂਦੇ। ਉਦੋਂ ਆਪਣੇ ਆਪ ਹੀ ਖੁੱਲ੍ਹਣਾ ਸੀ, ਇਹਨਾਂ ਦੀ ਕਹਿਣ ਦੀ ਲੋੜ ਨਹੀਂ ਸੀ। ਦੇਖੋ, ਜੋ ਜਿਸ ਤਰੀਕੇ ਨਾਲ ਇਹ ਜਿਹੜੇ ਦਿੱਲੀ ਦੇ ਕੰਟਰੋਲ ਥੱਲੇ ਮੌਜੂਦਾ ਸਰਕਾਰ ਚੱਲ ਰਹੀ ਹੈ, ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ, ਪੰਜਾਬ ਦੀ ਐਕਸਚੈਕਰ ਫਾਈਨੈਂਸ ਦੇ ਮੁੱਦੇ ਤੇ, ਹਰ ਮੁੱਦੇ ਨੂੰ ਲੈ ਕੇ ਪੰਜਾਬ ਨੂੰ ਇਹ ਦੂਜੇ ਸਟੇਟਾਂ ਨੂੰ, ਦੇਸ਼ ਨੂੰ ਗਿਰਵੀ ਕਰ ਰਹੀ। ਪਹਿਲੀ ਵਾਰੀ ਹੋਇਆ ਇਤਿਹਾਸ 'ਚ ਕਿ ਪੰਜਾਬ ਦਾ ਮੁੱਖ ਮੰਤਰੀ ਜਾ ਕੇ ਰਾਜਸਥਾਨ ਇਹ ਗੱਲ ਕਵੇ ਕਿ ਅਸੀਂ ਤਾਂ ਪਾਣੀ ਦੇਣਾ ਚਾਹੁੰਦੇ ਹਾਂ, ਰਾਜਸਥਾਨ ਵਾਲਾ ਮੁੱਖ ਮੰਤਰੀ ਲੈਣਾ ਨਹੀਂ ਚਾਹੁੰਦਾ। ਕਦੇ ਤੁਸੀਂ ਹਿਸਟਰੀ 'ਚ ਕੱਢ ਕੇ ਦਿਖਾ ਦਿਓ। ਰੌਲਾ ਤਾਂ ਹਮੇਸ਼ਾ ਇਹ ਰਿਹਾ ਕਿ ਪਾਣੀ ਸਾਨੂੰ ਨਹੀਂ ਪੂਰਾ ਹੋ ਰਿਹਾ ਤੇ ਅਸੀਂ ਕਿਵੇਂ ਦੇ ਸਕਦੇ। ਜਿਹੜਾ ਬੰਦਾ ਸਿਰਫ ਇਲੈਕਟੋਰਲ ਪੋਲਿਟਿਕਸ ਦੀ ਗੇਨ ਲਈ ਪੰਜਾਬ ਦਾ ਪਾਣੀ ਕਦੇ ਰਾਜਸਥਾਨ ਨੂੰ ਦੇਣ ਦੀ ਗੱਲ ਕਰੇ, ਜਾਂ ਜਾ ਕੇ ਸੁਸ਼ੀਲ ਗੁਪਤਾ ਜਿਹੜੇ ਇਹਨਾਂ ਦੇ ਰਾਜ ਸਭਾ MP ਆ ਉਹਨਾਂ ਨਾਲ ਸਟੇਜਾਂ ਸਾਂਝੀ ਕਰਨ, ਜਿਨ੍ਹਾਂ ਨੇ ਇਹ ਗੱਲ ਕਹੀ ਕਿ ਹਰਿਆਣੇ ਦੇ ਕੋਨੇ-ਕੋਨੇ ਚੋਂ SYL ਚੋਂ ਪਾਣੀ ਪਹੁੰਚਾ ਦੇਵਾਂਗੇ। ਉਹੋ ਜਿਹੇ ਬੰਦੇ ਦੇ ਹੱਥ 'ਚ ਪੰਜਾਬ ਕਿੱਥੋਂ ਸੁਰੱਖਿਅਤ ਹੈ? 45,000 ਕਰੋੜ ਦਾ ਨਵਾਂ ਕਰਜ਼ਾ ਚੜਾਤਾ ਪੰਜਾਬ ਤੇ, ਬੋਝ ਨਵਾਂ ਪੈ ਗਿਆ ਤੇ ਇੱਕ ਵੀ ਪ੍ਰੋਜੈਕਟ, ਇੱਕ ਵੀ ਨਵੀਂ ਸੜਕ ਤਾਂ ਛੱਡੋ, ਮੈਂ ਕਹਿੰਦਾ ਇੱਕ ਵੀ ਨਵਾਂ ਪੱਚ ਨਹੀਂ ਲਾਇਆ। ਸਤੋਜ ਜਿਵੇਂ ਡਾਂਗਾ ਪਈਆਂ ਤੁਹਾਡੇ ਸਾਹਮਣੇ ਹੀ ਆ, ਪੱਕੇ ਤਾਂ ਮੈਨੂੰ ਲੱਗਦਾ ਲੱਕ ਕਰਤੇ ਲੋਕਾਂ ਦੇ। ਤੋ ਸਰੀਰਕ ਤੌਰ ਤੇ ਪੱਕੇ ਕਰੀ ਜਾਂਦੇ, ਸਰਕਾਰੀ ਤੌਰ ਤੇ ਪੱਕਾ ਕੋਈ ਨਹੀਂ ਹੋ ਰਿਹਾ। ਇਸ਼ਤਿਹਾਰ ਦਿੰਦੇ ਆ ਕਿ ਅਸੀਂ 20,000 ਬੰਦੇ ਨੂੰ ਨੌਕਰੀ ਦੇਤੀ। 3 ਕਰੋੜ ਦੀ ਆਬਾਦੀ 'ਚ 20,000 ਬੰਦਾ 1% ਵੀ ਨਹੀਂ ਬਣਦਾ, ਮਤਲਬ 0.1% ਤੋਂ ਘੱਟ ਬਣਦਾ। ਕਿ ਇਸ ਤਰ੍ਹਾਂ ਮਸਲੇ ਹੱਲ ਹੋ ਜਾਣੇ? ਕਿੰਨੇ ਬੱਚੇ ਪੜ੍ਹ ਲਿਖ ਕੇ ਕਾਲਜਾਂ ਤੋਂ ਪਾਸ ਆਊਟ ਹੋ ਰਹੇ ਤੇ ਕਿੰਨਿਆਂ ਨੂੰ ਨੌਕਰੀ ਮਿਲ ਰਹੀ? ਅੱਜ ਕਰਜ਼ਾ, ਪੰਜਾਬ ਦਾ ਲਾਅ ਐਂਡ ਆਰਡਰ, ਪੰਜਾਬ ਦੇ ਹਰ ਮਹਿਕਮੇ ਦੇ ਜੋ ਹਾਲਾਤ ਬਣੇ ਪਿਆ, ਮੀਂਹ ਮੂੰਹ ਪੈ ਗਿਆ ਤਾਂ ਬੱਤੀ ਮਿਲ ਗਈ ਹੈ, ਨਹੀਂ ਤਾਂ ਇੰਡਸਟਰੀ ਨੂੰ ਅੱਜ ਸਭ ਤੋਂ ਮਹਿੰਗਾ ਰੇਟ ਬੱਤੀ ਦਾ ਕਰਤਾ। ਦੁਕਾਨਦਾਰ ਸਭ ਤੋਂ ਵੱਧ ਪੈਸੇ ਦੇ ਰਹੇ, ਤੇ ਜਦੋਂ ਇੰਡਸਟਰੀ ਲਈ ਬਿਜਲੀ ਸਭ ਤੋਂ ਮਹਿੰਗੀ ਹੋ ਗਈ, ਕਿਹਨੇ ਆ ਕੇ ਇੱਥੇ ਇੰਡਸਟਰੀ ਲਾਉਣੀ? ਸੀਐਮ ਮਾਨ ਦੇ ਵੱਲੋਂ ਮਨਰੇਗਾ ਤਹਿਤ ਮਜ਼ਦੂਰੀ ਵਧਾਉਣ ਦੀ ਮੰਗ ਕੀਤੀ ਗਈ ਹੈ। ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੂੰ ਉਹਨਾਂ ਦੇ ਵੱਲੋਂ ਪੱਤਰ ਲਿਖਿਆ ਗਿਆ। ਕੇਂਦਰੀ ਪਿੰਡੂ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਨੇ ਗਿਰੀਰਾਜ ਸਿੰਘ ਮਨਰੇਗਾ ਦੀ ਡੇਲੀ ਵੇਜ 381 ਰੁਪਏ ਕਰਨ ਦੀ ਮੁੱਖ ਮੰਤਰੀ ਮਾਨ ਦੇ ਵੱਲੋਂ ਮੰਗ ਰੱਖੀ ਗਈ ਹੈ। ਸੀਐਮ ਨੇ ਆਪਣੇ ਪੱਤਰ ਦੇ ਵਿੱਚ ਲਿਖਿਆ ਕਿ ਪੰਜਾਬ ਦੇ ਵਿੱਚ ਮਨਰੇਗਾ ਦੀ ਘੱਟ ਉਜਰਤ ਦਰ 303 ਰੁਪਏ ਅਧਿਸੂਚਿਤ ਕੀਤੀ ਜਾ ਰਹੀ ਹੈ, ਜੋ ਕਿ ਗਵਾਂਢੀ ਸੂਬੇ ਹਰਿਆਣਾ ਦੇ ਵਿੱਚ 357 ਰੁਪਏ ਹੈ। ਸੀਐਮ ਨੇ ਕੇਂਦਰ ਤੋਂ ਹੁਣ ਮਨਰੇਗਾ ਦੀ ਮਜ਼ਦੂਰੀ ਦਰ ਪੰਜਾਬ ਰਾਜ ਕਿਰਤ ਵਿਭਾਗ ਦੇ ਵੱਲੋਂ ਨੋਟੀਫਾਈਡ ਮਜ਼ਦੂਰੀ ਦਰ 381 ਕਰਨ ਜਾਂ ਹਰਿਆਣਾ ਬਰਾਬਰ ਕਰਨ ਦੇ ਲਈ ਕਿਹਾ ਗਿਆ ਹੈ। ਮੁੱਖ ਮੰਤਰੀ ਮਾਨ ਦੇ ਵੱਲੋਂ ਮਨਰੇਗਾ ਤਹਿਤ ਮਜ਼ਦੂਰੀ ਵਧਾਉਣ ਦੀ ਮੰਗ ਕੀਤੀ ਗਈ ਹੈ, ਜਿਸ ਨੂੰ ਲੈ ਕੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੂੰ ਪੱਤਰ ਲਿਖਿਆ ਗਿਆ ਹੈ। ਮਨਰੇਗਾ ਦੇ ਡੇਲੀ ਵੇਜ 381 ਰੁਪਏ ਕਰਨ ਦੀ ਮੰਗ ਰੱਖੀ ਗਈ ਹੈ।